Good morning, students. Now we are going to do conversions from decimal to other number system. कल आप जो डिस्कस किया सी नंबर सिस्टम के बाइनरी की होंगे ऑक्टल एंड हेक्सा डेसिमल डिस्कस किया सी. Now we are going to do conversions कि डेसिमल टू अदर बाइनरी सिस्टम ਦੇ ਵਿੱਚ ਅਸੀਂ ਕਨਵਰਜਨਸ ਕਿਵੇਂ ਕਰਨੀ. ਸਾਡੇ ਕੋਲ ਇੱਕ ਡੈਸੀਮਲ ਨੰਬਰ ਆ. ਹਾਊ ਵੀ ਵਿਲ ਕਨਵਰਟ ਇਨਟੂ ਦਾ ਬਾਈਨਰੀ ਨੰਬਰ. 3 ਡੈਸੀਮਲ ਕਨਵਰਜਨਸ ਹੈ. ਫਸਟ ਜੋ ਆਪਾਂ ਡਿਸਕਸ ਕਰ ਰਹੇ ਹਾਂ ਕਿ ਡੈਸੀਮਲ ਨੂੰ ਹੋਰ ਕਿਸੇ ਨੰਬਰ ਸਿਸਟਮ 'ਚ ਕਿਵੇਂ ਕਨਵਰਟ ਕਰਨਾ. ਜਿੱਦਾਂ ਡੈਸੀਮਲ ਟੂ ਬਾਈਨਰੀ, ਡੈਸੀਮਲ ਟੂ ਆਕਟਲ, ਡੈਸੀਮਲ ਟੂ ਹੈਕਸਾ ਡੈਸੀਮਲ. ਫਸਟ ਜਿਹੜੀ ਐਗਜ਼ਾਮਪਲ ਹੈ ਜਾਂ ਟੌਪਿਕ ਹੈਗਾ ਦੈਟ ਇਜ਼ ਕਨਵਰਜਨ ਫਰੋਮ ਡੈਸੀਮਲ ਟੂ ਬਾਈਨਰੀ. ਤਾਂ ਇਹਦੇ ਵਿੱਚ ਆਲਰੇਡੀ ਮੈਂ ਤੁਹਾਨੂੰ ਜਿੱਦਾਂ ਨੋਟਸ ਸੈਂਡ ਕੀਤੇ ਸੀ. ਤਾਂ ਇਹਦੇ 'ਚ ਐਗਜ਼ਾਮਪਲ ਕੀ ਲੈ ਰਹੇ ਹਾਂ ਆਪਾਂ. ਡੈਸੀਮਲ ਨੰਬਰ ਕਿੰਨਾ ਆਪਣੇ ਕੋਲ 20.625. ਤਾਂ ਇਹਦੇ ਵਿੱਚ ਪਹਿਲਾਂ ਆਪਾਂ 20 ਨੂੰ ਕਨਵਰਟ ਕਰਾਂਗੇ ਐਂਡ ਅਲੱਗ ਤੋਂ ਡੈਸੀਮਲ ਫਰੈਕਸ਼ਨ ਆ ਜਿਹੜੀ 0.625 ਇਹਨੂੰ ਕਨਵਰਟ ਕਰਾਂਗੇ. ਤਾਂ ਬਾਈਨਰੀ ਦੇ ਵਿੱਚ ਕਨਵਰਟ ਕਰਨ ਦਾ ਤਰੀਕਾ ਕੀ ਹੈ. ਬਾਈਨਰੀ ਦਾ ਬੇਸ ਕਿੰਨਾ ਹੁੰਦਾ 2. ਸੋ 20 ਨੂੰ ਵੀ ਵਿਲ ਗੋਇੰਗ ਟੂ ਡਿਵਾਈਡ ਔਨ ਨੰਬਰ 2. 2 ਨੂੰ 20 ਦੇ ਡਿਵਾਈਡ ਕੀਤਾ 10, ਰਿਮਾਈਂਡਰ ਕਿੰਨਾ ਆਇਆ 0. 10 ਡਿਵਾਈਡਡ ਬਾਈ 2 5 ਆਂਸਰ ਹੈ, ਰਿਮਾਈਂਡਰ ਇਜ਼ 0. ਦੈਨ ਅਗੇਨ ਡਿਵਾਈਡ ਬਾਈ 2, 2 2s are 4, ਰਿਮਾਈਂਡਰ ਕਿੰਨਾ ਆਇਆ 1. ਓਕੇ. ਦੈਨ ਅਗੇਨ 2 ਨੂੰ 2 ਨਾਲ ਡਿਵਾਈਡ ਕੀਤਾ, ਆਂਸਰ ਇਜ਼ 1, ਰਿਮਾਈਂਡਰ ਇਜ਼ 0. ਤਾਂ ਇਹ ਡਿਵੀਜ਼ਨ ਬਾਈ 2 ਉਦੋਂ ਤੱਕ ਕਰਦੇ ਰਹਿਣਾ ਜਦੋਂ ਤੱਕ ਰਿਮਾਈਂਡਰ ਆ ਜਿਹੜਾ 1 ਨਹੀਂ ਆ ਜਾਂਦਾ. ਠੀਕ ਹੈ. ਜਦੋਂ ਤੱਕ ਜਿਹੜੀ ਅੱਗੇ ਫਰਦਰ ਡਿਵੀਜ਼ਨ ਪੋਸੀਬਲ ਨਾ ਹੋਵੇ ਉਦੋਂ ਤੱਕ ਆਪਾਂ ਇਹਨੂੰ 2 ਨਾਲ ਡਿਵਾਈਡ ਕਰਦੇ ਰਹਿਣਾ. ਠੀਕ ਹੈ. ਤਾਂ ਆਨਸਰ ਸਾਡਾ ਕੀ ਹੋਏਗਾ. ਇਨ ਲੀਸਟ ਸਿਗਨੀਫਿਕੈਂਟ ਬਿਟ ਹੈਗੇ ਜਿਹੜੀ ਉੱਪਰ ਵਾਲੀ ਆ ਇੱਥੋਂ ਸਟਾਰਟ ਕਰਨਾ, ਨੀਚੋਂ ਲਿਖਣਾ 1 0 1 0 0. ਇਹ ਸਾਡੀ ਕਨਵਰਜਨ ਹੋ ਗਈ 20 ਦੀ ਇੰਟੂ ਬਾਈਨਰੀ ਫਾਰਮ. ਠੀਕ ਹੈ. ਬਾਈਨਰੀ 'ਚ ਕਨਵਰਟ ਕਰਨਾ ਪਤਾ ਲੱਗ ਗਿਆ. ਅਦਰਵਾਈਜ਼ ਆਪਾਂ ਉਵੇਂ ਵੀ ਕਰ ਸਕਦੇ ਜਿਵੇਂ ਕੱਲ੍ਹ ਮੈਥਡ ਕੀਤਾ ਸੀਗਾ ਕਿ 1 2 4 8 16. ਸ਼ਾਰਟਕਟ ਉਹ ਵੀ ਹੈਗਾ. ਜੇ ਤੁਸੀਂ ਚੈੱਕ ਕਰਨਾ ਹੋਵੇ ਕਿ ਸਾਡਾ ਆਨਸਰ ਸਹੀ ਹੈ ਜਾਂ ਨਹੀਂ ਹੈ, ਕਿ ਅਸੀਂ ਜੋ ਕਨਵਰਜਨ ਲਿਖਿਆ 28 ਦੀ ਕਨਵਰਜਨ ਚੈੱਕ ਕਰਨੀ ਹੈ ਤਾਂ ਵੀ ਕੈਨ ਚੈੱਕ ਫਰੋਮ ਹੇਅਰ 1 2 4 8 ਐਂਡ 16. ਹੁਣ ਚੈੱਕ ਕਰੋ 16 + 4 20 ਹੈ ਨਾ. ਇੱਥੇ 1 ਆ ਰਿਹਾ ਨਾ. 16 + 4 20. ਦੈਟ ਮੀਨ ਕਿ ਸਾਡੀ ਕਨਵਰਜਨ ਹੈ ਜਿਹੜੀ ਠੀਕ ਕੀਤੀ ਹੈ ਅਸੀਂ. ਹੁਣ ਜਿਹੜਾ ਫਰੈਕਸ਼ਨਲ ਪਾਰਟ ਹੈ ਉਹਨੂੰ ਕਿੱਦਾਂ ਕਨਵਰਟ ਕਰਨਾ ਬਾਈਨਰੀ ਦੇ ਵਿੱਚ. ਸੇਮ ਐਜ਼ ਕਿਉਂਕਿ ਬੇਸ 2 ਆ ਬਾਈਨਰੀ ਦਾ ਤਾਂ ਵੀ ਵਿਲ ਮਲਟੀਪਲਾਈ ਬਾਈ 2. 0.625 ਮਲਟੀਪਲਾਈਡ ਬਾਈ 2. ਇਹਦਾ ਆਨਸਰ ਕਿੰਨਾ ਆਇਆ 1.250. ਠੀਕ ਹੈ. ਇਹ ਜਿਹੜਾ ਫਰੈਕਸ਼ਨ ਪਾਰਟ ਆ ਗਿਆ, ਫਰੈਕਸ਼ਨ ਪਾਰਟ ਨੂੰ 0.250 ਅਗੇਨ ਇਹਨੂੰ 2 ਦੇ ਨਾਲ ਮਲਟੀਪਲਾਈ ਕਰਨਾ. ਇਹ ਮਲਟੀਪਲੀਕੇਸ਼ਨ ਕਦੋਂ ਤੱਕ ਕਰਨੀ ਹੈ ਜਦੋਂ ਤੱਕ ਜਿਹੜਾ ਫਰੈਕਸ਼ਨ ਪਾਰਟ ਆ ਇਹ 0 ਨਹੀਂ ਆ ਜਾਂਦਾ. ਜਿਵੇਂ ਪੁਆਇੰਟ ਡੈਸੀਮਲ ਤੋਂ ਬਾਅਦ 0 0 ਆ ਰਿਹਾ ਨਾ, ਅਤੇ ਮਲਟੀਪਲੀਕੇਸ਼ਨ ਆਪਾਂ ਉਦੋਂ ਤੱਕ ਕਰਦੇ ਰਹਿਣਾ. 0.25 ਅਗੇਨ 2 ਨਾਲ ਮਲਟੀਪਲਾਈ ਕੀਤਾ ਕਿੰਨਾ ਆ ਗਿਆ 0.500. ਤਾਂ ਇਹਨੂੰ ਇਹ ਵਾਲਾ ਫਰੈਕਸ਼ਨ ਪਾਰਟ ਹੈ ਜਿਹੜਾ 0.500 ਇਹਨੂੰ ਅਸੀਂ ਅਗੇਨ 2 ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆ ਗਿਆ ਆਨਸਰ ਸਾਡੇ ਕੋਲ 1.000. ਠੀਕ ਹੈ. ਤਾਂ ਇਹਦੇ ਵਿੱਚੋਂ ਆਨਸਰ ਕਿਹੜਾ ਲੈਣਾ ਜਿਹੜਾ ਇਹ ਵਾਲਾ ਆ ਰਿਹਾ ਸਾਡੇ ਕੋਲ. ਲੈਫਟ ਬਿਟ ਜਿਹੜੀ ਡੈਸੀਮਲ ਤੋਂ ਲੈਫਟ ਡਿਜਿਟ ਹੈ ਇਹਨੂੰ ਅਸੀਂ ਐਜ਼ ਆ ਆਨਸਰ ਇਨਕਲੂਡ ਕਰਾਂਗੇ. ਤਾਂ ਸਾਡੇ ਕੋਲ ਆਨਸਰ ਆ ਗਿਆ 101. ਠੀਕ ਹੈ. ਇੱਥੋਂ 1, ਇੱਥੋਂ 0, ਇੱਥੋਂ 1. ਤਾਂ ਸਾਡੇ ਕੋਲ ਜਿਹੜਾ ਡੈਸੀਮਲ ਫਰੈਕਸ਼ਨ ਸੀ 625 ਉਹਦਾ ਆਨਸਰ ਕਿੰਨਾ ਆ ਗਿਆ 101. ਇਹਨੂੰ ਅਸੀਂ ਫਿਰ ਕੰਬਾਈਨ ਕਰਕੇ ਲਿਖ ਦਾਂਗੇ ਕਿ ਸਾਡਾ ਕਨਵਰਜਨ ਦਾ ਆਨਸਰ ਕੀ ਹੋਊਗਾ 20 ਜਿਹੜੀ ਐਗਜ਼ਾਮਪਲ ਸੀ 20.625 ਅਤੇ ਇਹਦਾ ਆਨਸਰ ਹੋਇਆ 10100.101. ਠੀਕ ਹੈ. ਦਿਸ ਇਜ਼ ਦਾ ਬਾਈਨਰੀ ਕਨਵਰਜਨ. ਨੈਕਸਟ ਹੈਗਾ ਆਕਟਲ ਕਨਵਰਜਨ. ਆਕਟਲ ਕਿਹੜਾ ਹੁੰਦਾ ਬੇਸ 8 ਵਾਲਾ. ਡੈਸੀਮਲ ਤੋਂ ਅਸੀਂ ਕਨਵਰਜਨ ਕਰਨੀ ਆ ਆਕਟਲ ਦੇ ਵਿੱਚ ਤਾਂ ਬੇਸ ਕਿੰਨਾ ਹੁੰਦਾ ਆਕਟਲ ਦਾ 8. ਤਾਂ ਸੇਮ ਐਜ਼ ਐਗਜ਼ਾਮਪਲ ਹੈਗੀ ਆ 518 ਡੈਸੀਮਲ 21875. ਇਹ ਸਾਡੇ ਕੋਲ ਵੈਲਿਊ ਹੈ ਜਿਹਨੂੰ ਅਸੀਂ ਡੈਸੀਮਲ ਵੈਲਿਊ ਜਿਹਨੂੰ ਅਸੀਂ ਆਕਟਲ ਦੇ ਵਿੱਚ ਕਨਵਰਟ ਕਰਨਾ. ਤਾਂ ਸੇਮ ਐਜ਼ ਡਿਵੀਜ਼ਨ ਕਿਹਦੇ ਨਾਲ ਕਰਾਂਗੇ 8 ਦੇ ਨਾਲ ਕਿਉਂਕਿ ਆਕਟਲ ਦਾ ਬੇਸ ਕਿੰਨਾ ਹੁੰਦਾ 8. 8 64 ਨਾਲ ਮਲਟੀਪਲਾਈ ਕੀਤਾ ਕਿੰਨਾ ਹੋਏਗਾ ਆਨਸਰ 8 ਮਲਟੀਪਲਾਈਡ ਬਾਈ 64 ਇਜ਼ 512. ਠੀਕ ਹੈ. 512 ਦਾ ਰਿਮਾਈਂਡਰ ਕਿੰਨਾ ਆ ਗਿਆ ਸਾਡੇ ਕੋਲ 6 ਆ ਗਿਆ.
आंसर असी इत्थे लिखता, रिमेंडर इत्थे लिखना साइड ते 6। 8 8 ज़ा 64, पूरा पूरा डिवाइड हो गया, आंसर 8 आया, रिमेंडर कितना रह गया साडे कोले 0। अगेन 8 डिवाइडेड बाय 8, आंसर कितना आया 1, रिमेंडर आया 0। तो इसका आंसर की बन गया दैन लास्ट देखो 1 आया ना, तो आप डिवीजन इतों तक ही करनी होंगी जो तक साडे कोले 1 नहीं आ जाता। तो 1 0 0 6, ये साडी 518 की कन्वर्जन होगी। नैक्सट जो फ्रैक्शनल पार्ट है उन्होंने सेम आप 8 नाल मल्टीप्लाई करना है। 0.21875 मल्टीप्लाइड बाय 8, तो की आंसर है 1.75000। ठीक है, तो इतों साडे कोले फर्स्ट बिट आ गई आंसर दी 1 आ गया। हुण जिहड़ा फ्रैक्शनल पार्ट बचा 0.700, इनू असी अगेन 8 दे नाल मल्टीप्लाई करांगे। पिछलियां जीरो जिहड़ियां आपां डिस्कार्ड कर सकते हुंदे हैं। 0.75 मल्टीप्लाइड बाय 8, तो आंसर क्या आया साडे कोले 6.00। देखो फ्रैक्शन पार्ट 0 0 आ गया ना, यही असी चाहते थे कि मल्टीप्लीकेशन कद तक करनी है जदों तक फ्रैक्शन पार्ट है जोड़ा 0 नहीं आ जाता। ठीक है, तो इतों आंसर बिट कितनी आ गई साडे कोले 6। दैट मीन कि फ्रैक्शन पार्ट का आंसर साडे कोले आ गया 1 6। द टोटल आंसर की बनूगा साडा 1006.16 इज़ द आंसर। नैक्सट जिहड़ी कन्वर्जन है दैट इज़ डेसीमल टू हैग्जाडेसीमल। हैग्जाडेसीमल दे विच कन्वर्ट करना, तो जिहड़ी आ वाला डेसीमल वैल्यू है अगेन आपां उहनूं किहदे नाल डिवाइड करांगे 16 दे नाल, क्योंकि हैग्जाडेसीमल दा बेस कितना हुंदा है 16 हुंदा है। 16 नूं इहदे नाल डिवाइड कीता तो 64 उहदी डिवीजन आंसर आ गया। रिमेंडर कितना आया 13। ओके, रिमेंडर किहड़ा हुंदा है यू नो, रिमेंडर हुंदा जिद्दां आपां डिवाइड कीता, सपोज वी आर गोइंग टू डिवाइड 7 बाय 4, तो 4 1 ज़ा 4, 3 आंसर आया ना। दिस इज़ द आंसर ऑफ डिवीजन, 1 इज़ द आंसर एंड 3 इज़ द जो बाकी बचदा हुंदा 3 इज़ द रिमेंडर। ओके, सो 1037 नूं 16 नाल डिवाइड किया तो 64 आंसर आया, 13 रिमेंडर आया। अगेन इनू 16 नाल डिवाइड किया, 4 इज़ द आंसर एंड रिमेंडर इज़ 0। हुण इहदे च फरदर 16 नाल डिवीजन पॉसीबल नहीं ना हैगी, ਇਹਦੇ 'ਚ ਇਹ ਵੀ देखना ਹੁੰਦਾ ਵੀ ਅੱਖਾਂ फरदर डिवीजन पॉसीबल ना होवे जिथे तक उत्थे तक असी उन्होंने छड्ड देना। 4 इज़ नॉट डिवाइडेड बाय 16, नहीं तो आंसर फ्रैक्शनस च आएगा। ओके, तो आप आंसर क्या आएगा साढ़े कोल 4 0 13। हुण आपां हैग्जाडेसिमल च पढ़िया सी कि 13 नूं रिप्रजेंट किहदे नाल करदे आ डी दे नाल, जिद्दां आपां 10 नूं 9 तक तो वैसे ही लिखते हैं, 10 नूं ए नाल रिप्रजेंट करते हैं, 11 नूं बी नाल, 12 नूं सी नाल एंड 13 नूं डी दे नाल, सो ऑन 14 नूं सॉरी ई दे नाल करते हैं। तो इत्थे की लिखता आप 13 नूं रिप्रजेंट कर सकते हैं, 40 डी लिखता। हुण जिहड़ा फ्रैक्शनल पार्ट है 5, इहनूं उवें मल्टीप्लाई करांगे आपां 0.5 नूं मल्टीप्लाई किया 16 नाल, तो आंसर क्या आया साढ़े कोले 8.0। हुण देखो डेसीमल तो बाद ऑलरेडी 0 आ गया, दैट मीन साडा आंसर क्या आ गया 40D.8। ठीक है, ये साडी कन्वर्जन होगी डेसीमल टू अदर नंबर सिस्टम। तिन्नां दे विच आपां कर ली कन्वर्जन, बाइनरी च कर ली डेसीमल टू ऑक्टल च कर ली, डेसीमल टू हैग्जाडेसिमल च कर ली। नैक्सट इज़ अगली जिहड़ी कन्वर्जन है बाइनरी टू डेसीमल है, कि बाइनरी दे विचों असी डेसीमल दे विच कन्वर्ट किवें करना है। साडे कोल एक बाइनरी वैल्यू दित्ती हुई है, वैल्यू की दित्ती है 1.1101। हुण आपां इन्हां दी पोजीशन देख लैनी है। डेसीमल तो इधर 0 तो शुरू होंदियां ने पोजीशन, राइट, ये 0 पोजीशन ते पिया, ते इधरली साइड 1 तो शुरू होंदियां ने, पर ये माइनस नाल लिखांगे आपां -1। ए वाला 1 है जिहड़ी किहड़ी पोजीशन ते पिया -2, ते ए वाला -3, ते ए वाला -4 पोजीशन ते पिया होया। तो सेम आपां उहनूं बस मल्टीप्लाई करके देख लेना। फस्ट इनू लिखांगे मल्टीप्लाई, ए वाला 1 है जिहड़ा 1 मल्टीप्लाइड बाय 2 रेज़ टू पावर 0, क्योंकि बाइनरी का बेस कितना होंदा है 2 होंदा है। ठीक है, अगेन नैक्सट डेसीमल तो इधर वाली वैल्यूज़ लिखांगे 1 मल्टीप्लाइड बाय 2 रेज़ टू पावर -1 प्लस 1 मल्टीप्लाइड बाय 2 रेज़ टू पावर -2, 0 मल्टीप्लाइड बाय 2 रेज़ टू पावर -3, इदा करके इत्थे 0 आना सी, मैं 1 लिखता बाय मिस्टेक, हेयर इट इज़ 0। ओके,
सेम वो भी 1 मल्टीप्लाई बाय 2 रेज़ टू पावर 4 इनू सॉल्व कर लेना बस। किसी भी वैल्यू की पावर आप जो 0 करते हैं तो वो कन्वर्ट होकर 1 आउंदा जिवें 2 रेज़ टू पावर 0 है ना, कुछ भी लिखांगे 4 रेज़ टू पावर 0 8 रेज़ टू पावर 0 तो आंसर कितना होंदा 1 ही होंदा है ना। तो 1 मल्टीप्लाइड बाय 1 हो गया। इत्थे की हो गया 1 इंटू 2 रेज़ टू पावर -1 है ना, तो इन्हूं आपां लिखदे किवें, इसदा सिंपल मैथ का फंडा 1/2 2 2 ज़ा 4 होंदे आ, 2 रेज़ टू पावर 2 4 होंदे आ, तो 1 इंटू 1/4 2 रेज़ टू पावर 3 कितना होंदा 8 होंदा, तो 0 इंटू 1/8 प्लस 1 इंटू 2 रेज़ टू पावर 4 कितना होंदा 16 सो ऑन। इनू आपां दैन सॉल्व कर लांगे तो आंसर की आ गया साडे कोले, ये तो साडे कोले आ वाली बिट का आंसर आ गया ना ਇਹਦਾ ਸੀਗਾ ਤਾਂ 1 पॉइंट बाकी आप फ्रैक्शन वाले ऐड कर लिया 8125 बेस 10 हो गया। ठीक है, ये तो सी डेसीमल वाली। ये हुण एक सिंपल जिहा नंबर आ साडे कोले 101 ਉਹਦਾ बेस कितना लिया होया आप 2 लिया, इनू डेसीमल च कन्वर्ट करना तो ये पोजीशन हैगी 0 ये पोजीशन 1 ये पोजीशन 2 तो 1 इंटू 2 रेज़ टू पावर 2 0 इंटू 2 रेज़ टू पावर 1 1 इंटू 2 रेज़ टू पावर 0 दैन इनू सॉल्व कर लेंगे आप। ये हो गया साढ़े कोल 4 2 रेज़ टू पावर 2 2 की पावर 2 कितना होंदा 4 होंदा ना 1 इंटू 4 4 आ गया। इत्थे हुण मल्टीप्लाइड बाय 0 ही है तो 0 आ गया प्लस 1 इंटू 2 रेज़ टू पावर 0 दैट मीन ਇਹਦਾ आंसर कितना साढ़े कोले 1 होंदा 1 इंटू 1 1 आ गया तो आंसर क्या आ गया साढ़े कोले 5 आ गया। ठीक है, दिस इज़ बाइनरी टू डेसीमल कन्वर्जन। अगली कन्वर्जन है दैट इज़ बाइनरी टू ऑक्टल कि जे असीं बाइनरी तो ऑक्टल दे विच कन्वर्ट करना होना। ऑक्टल का बेस कितना होंदा 8 होंदा है ना। साडे कोले हुण वैल्यू हैगी आ 1 1 0 1 0 0 1 0 1 तो ये असीं की करते हैं 3 बिट्स का ग्रुप बना लेंगे जिवें इहदे च कीता मैं 101 का एक ग्रुप बन गया 3 बिट्स का फर्दर बन गया 3 बिट्स का ये बन गया। इन्हां दी असीं तिन्नां बिट्स की बाइनरी वैल्यू सर्च कर लैंदे हां। बाइनरी वैल्यू 101 की कितनी होएगी इत्थे आपां करदे हैं ना जिवें कल देखिया सी 1 2 4 8 16 तो 101 आंसर कितना आ गया था 4 + 1 कितना बनता 5 तो यदी वैल्यू होगी 5। अगली वैल्यू की है बिट्स ग्रुप की है साढ़े को 1 0 0 तो उमें इत्थे आप लिख लिया 1 0 0 तो यदा आंसर कितना बनता पाया 4 क्योंकि 4 के नीचे 1 है बाकी आंदे नीचे तो 0 0 है आंसर यदा आ गया 4। अगला ग्रुप की है बिट्स का 1 1 0 तो सेम उमें आप देख लाँगे बाइनरी कन्वर्जन यदी 1 1 0 4 के नीचे 1 आया 2 के नीचे 1 आया तो आंसर कितना हो गया था दोनों ने मिला के 6। सो साडा ऑक्टल कन्वर्जन कितनी होगी 6 4 5। ठीक है, इत्थे बेस की आएगा 8 आएगा, सॉरी मैं 10 लिखता क्योंकि आप ऑक्टल दे विच कन्वर्ट कर रहे हैं 8। नैक्सट जिहड़ा हैगा दैट इज़ बाइनरी टू हेक्साडेसिमल। ऑक्टल दे विच असीं 3 बिट्स का ग्रुप बनाने आ, इहदे विच असीं 4 बिट्स का ग्रुप बनावांगे। ठीक है, जिवें इहदे च दिता होया ये वालियां 4 बिट्स हो गई 0 0 1 0 4 बिट्स ये हो गया, ये वालियां 2 ही बचियां ने पिछे तो इन्हों आप 2 बिट्स ही इवें लिख लाँगे। अगेन उन्हों की उवें आप बाइनरी कन्वर्जन देख लाँगे 0 0 1 0 उवें आप लिख लेना 0 1 2 4 8 16 0 0 1 0 तो 2 के नीचे 1 आया बाकियों के नीचे तो 0 है दैट मीन कि यदा आंसर कितना बनता पाया 2 बनता पाया, ये नीचे असीं 2 लिख लिया। अगली वैल्यू है साढ़े को 1 0 0 1 तो 8 के नीचे 1 आया 1 के नीचे 1 आया 8 + 1 9 तो यदा आंसर कितना आ गया 9। अगली वैल्यू हैगी 1 1 तो 2 के नीचे 1 तो 1 के नीचे 1 आंसर कितना आया 3, इत्थे 3 लिख लिया दैट मीन कि साडा आंसर की आया 392 बेस 16 बन गया। एक होर एग्जाम्पल है कन्वर्जन की बाइनरी टू हेक्साडेसिमल 16 वाले बेस्ड सेम उवें ही आप की लेना डेसीमल तो इधर वालियां बिट्स का 4 ग्रुप बना लिया 1 1 0 1 है ना 1 है जोड़ा सिंगल बिट बचा सिंगल लिख लिया। डेसीमल तो इधर वाले वैल्यू साढ़े को की है 1 1 बट डेसीमल तो लैफ्ट साइड सॉरी राइट साइड वालों असीं कंप्लीट करना 4 बिट्स के नाल 1 1 तो साढ़े को है ही अगे होर बिट्स नहीं ना है 2 ग्रुप असीं 4 का बनाना तो असीं ऐड कर लिया 0 0 ऐड कर लिया। हुण इहदा बनदा हैगा आंसर 13।
ठीक है। 13 ਨੂੰ ਹੈਗਜ਼ਾਡੈਸੀਮਲ 'ਚ ਅਸੀਂ डी ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਇਹਦਾ ਆਨਸਰ ਬਣਦਾ 12। 12 ਨੂੰ ਅਸੀਂ C ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਇਹ 1 ਦਾ 1 ਹੀ ਰਹਿ ਗਿਆ। ਤਾਂ ਆਨਸਰ ਕੀ ਆਇਆ ਇਹਦਾ 1 D ਡੈਸੀਮਲ ਡਾਟ ਕੀ ਆ ਗਿਆ ਇੱਥੇ C ਆ ਗਿਆ। ਦਿਸ ਇਜ਼ ਦ ਬੇਸ 16। ਇਹ ਆਪਣੀ ਕਨਵਰਜਨ ਹੋ ਗਈ ਬਾਈਨਰੀ ਟੂ ਅਦਰ ਨੰਬਰ ਸਿਸਟਮ। ਬਾਈਨਰੀ ਟੂ ਡੈਸੀਮਲ ਕਿਵੇਂ ਕਰਨਾ, ਬਾਈਨਰੀ ਟੂ ਆਕਟਲ ਕਿਵੇਂ ਕਰਨਾ, ਬਾਈਨਰੀ ਟੂ ਹੈਗਜ਼ਾਡੈਸੀਮਲ ਕਿਵੇਂ ਕਰਨਾ। ਨੈਕਸਟ ਜਿਹੜੀ ਕਨਵਰਜਨ ਹੈ ਦੈਟ ਇਜ਼ ਆਕਟਲ ਟੂ ਬਾਈਨਰੀ ਨੰਬਰ ਸਿਸਟਮ। ਆਕਟਲ ਤੋਂ ਬਾਈਨਰੀ ਦੇ ਵਿੱਚ ਕਿਵੇਂ ਕਨਵਰਟ ਕਰਨਾ। ਤਾਂ ਸੇਮ ਉਹਦੀ ਵੀ ਐਗਜ਼ਾਮਪਲ ਆਪਾਂ ਡਿਸਕਸ ਕੀਤੀ ਹੋਈ ਹੈ। ਵੈਲਿਊ ਹੈਗੀ ਹੈ ਸਾਡੇ ਕੋਲੇ ਆਕਟਲ ਟੂ ਬਾਈਨਰੀ ਕਰਨਾ ਤਾਂ ਬੇਸ ਕਿੰਨਾ 8 372 ਬੇਸ 8 ਲਿਆ ਦਾ ਤਾਂ ਬਾਈਨਰੀ 'ਚ ਬੇਸ 2 ਦੇ ਵਿੱਚ ਕੀ ਵੈਲਿਊ ਆਏਗੀ 372। 3 ਦਾ ਬਾਈਨਰੀ ਕਨਵਰਜਨ ਲਿਖ ਲਈ, 7 ਦੀ ਬਾਈਨਰੀ ਕਨਵਰਜਨ ਲਿਖ ਲਈ ਅਤੇ 2 ਦੀ। ਇਹ ਤਾਂ ਹੁਣ ਤੁਹਾਨੂੰ ਬਾਈਨਰੀ ਕਰਨਾ ਆ ਗਿਆ ਨਾ। 3 ਕੀ ਕੰਬੀਨੇਸ਼ਨ ਬਣੇਗਾ, 7 ਦਾ ਕੀ ਕੰਬੀਨੇਸ਼ਨ ਬਣੇਗਾ, ਰਾਈਟ। ਇੱਥੋਂ ਆਪਾਂ ਇਵੇਂ ਦੇਖ ਲੈਣਾ ਕਿ 3 ਦਾ ਕੀ ਕੰਬੀਨੇਸ਼ਨ ਬਣਦਾ 2 + 1 3 ਬਣ ਗਿਆ ਨਾ। ਤਾਂ ਆਨਸਰ ਕੀ ਇਹਦਾ 1 ਅਤੇ 1 ਆ ਗਿਆ, ਠੀਕ ਹੈ। ਉਹ ਆਪਾਂ ਲਿਖ ਲਿਆ 1 1। ਬਟ ਗਰੁੱਪ ਆਪਾਂ 3 ਦਾ ਬਣਾਉਣਾ ਹੈ ਨਾ। ਆਕਟਲ ਦੇ ਵਿੱਚ 3 ਬਿਟਸ ਦਾ ਗਰੁੱਪ ਬਣਾਉਣਾ ਹੈ, ਹੈਗਜ਼ਾਡੈਸੀਮਲ 'ਚ 4 ਬਿਟਸ ਦਾ ਗਰੁੱਪ ਬਣਾਉਣਾ। ਮੇਕ 3 ਬਿਟਸ ਆਫ ਈਚ ਡਿਜਿਟ। ਤਾਂ 3 ਦੇ ਵਿੱਚ ਸਾਡੇ ਕੋਲ 1 1 ਤਾਂ ਹੈਗਾ ਹੀ, ਆ ਹੀ ਗਿਆ। ਅੱਗੇ ਇਹਦੇ ਕੀ ਲਗਾ ਲੈਣੀ ਹੈ 0 ਲਗਾ ਲੈਣੀ ਹੈ ਤਾਂ 3 ਦਾ ਗਰੁੱਪ ਬਣ ਗਿਆ। ਸੇਮ ਐਜ਼ 7 ਦਾ ਕੀ ਆਨਸਰ ਬਣਦਾ 7 ਅਗਰ ਅਸੀਂ ਜੋੜਨਾ ਹੋਵੇ 4 2 ਅਤੇ 1 ਇਹਦਾ ਆਨਸਰ 1 1 1। ਇਹ ਆਟੋਮੈਟਿਕਲੀ 3 ਆ ਗਿਆ ਸਾਡੇ ਕੋਲ। 4 ਦੇ ਨੀਚੇ 1 2 ਦੇ ਨੀਚੇ 1 ਐਂਡ 1 ਦੇ ਨੀਚੇ 1 ਤਾਂ ਇਹ 7 ਬਣ ਗਿਆ। ਇਹ ਆਲਰੇਡੀ 3 ਬਿਟ ਸਾਡੇ ਕੋਲ ਹੈਗੀਆਂ ਹੀ ਆ, ਸਾਨੂੰ ਕੁਛ ਐਡੀਸ਼ਨਲ ਬਿਟ ਲਗਾਉਣ ਦੀ ਲੋੜ ਨਹੀਂ। 1 1 1 ਇਹਦਾ ਆਨਸਰ ਆ ਗਿਆ। ਹੁਣ 2 ਦਾ ਕੰਬੀਨੇਸ਼ਨ ਕੀ ਬਣਦਾ 2 ਦਾ ਹੈਗਾ 1 ਇੱਥੇ 0 ਆ ਗਿਆ। ਬਟ ਅਸੀਂ 3 ਬਿਟਸ ਦਾ ਗਰੁੱਪ ਬਣਾਉਣਾ ਅਤੇ ਇਹਦੇ ਅੱਗੇ ਵੀ ਅਸੀਂ ਇੱਕ 0 ਲਗਾ ਲਾਂਗੇ ਤਾਂ ਆਨਸਰ ਕੀ ਆਇਆ ਸਾਡੇ ਕੋਲ 0 1 0 ਆ ਗਿਆ। ਤਾਂ ਇਹਨਾਂ ਨੂੰ ਕੰਬਾਈਨ ਕਰਕੇ ਲਿਖ ਦੇਣਾ ਬਸ। ਇਹ ਬਾਈਨਰੀ ਕਨਵਰਸ਼ਨ ਹੋ ਗਈ ਇਹਦੀ, ਓਕੇ। ਅਗਲਾ ਹੈਗਾ ਜਿਹੜੀ ਕਨਵਰਸ਼ਨ ਦੈਟ ਇਜ਼ ਆਕਟਲ ਟੂ ਡੈਸੀਮਲ ਕਿ 8 ਵਾਲੇ ਬੇਸ ਤੋਂ ਅਸੀਂ 10 ਵਾਲੇ ਬੇਸ 'ਚ ਬਣਾਉਣ ਜਾਣਾ ਹੈਗਾ। ਤਾਂ ਫਿਰ ਕਿਵੇਂ ਕਰਾਂਗੇ, ਜਿਵੇਂ ਇਹਦੀ ਐਗਜ਼ਾਮਪਲ ਆ 462.37 ਤਾਂ ਉਵੇਂ ਇਹਨਾਂ ਦੀ ਪੋਜੀਸ਼ਨਸ ਲਿਖ ਲੈਣੀਆਂ ਆਪਾਂ। ਜਿਵੇਂ ਡੈਸੀਮਲ ਤੋਂ ਲੈਫਟ ਸਾਈਡ ਵਾਲੀਆਂ ਪੋਜੀਸ਼ਨ 0 ਤੋਂ ਸ਼ੁਰੂ ਹੁੰਦੀਆਂ 0 1 2 ਅਤੇ ਇਹ ਵਾਲੀਆਂ ਜਿਹੜੀਆਂ ਡੈਸੀਮਲ ਤੋਂ ਰਾਈਟ ਡੈਸੀਮਲ ਵੈਲਿਊਜ਼ ਆ ਇਹ ਜਿਹੜੀਆਂ -1 ਤੋਂ ਸ਼ੁਰੂ ਹੁੰਦੀਆਂ -1 -2 ਤਾਂ ਉਵੇਂ ਆਪਾਂ ਮਲਟੀਪਲਾਈ ਲਿਖ ਲੈਣਾ 4 × 8 ਕਿਉਂਕਿ 8 ਆਪਾਂ ਕਿਉਂ ਲਿਖ ਰਹੇ ਹਾਂ ਕਿਉਂਕਿ ਸਾਡੇ ਕੋਲ ਬੇਸ ਕਿੰਨਾ ਅਸੀਂ ਕਨਵਰਟ ਕਰ ਰਹੇ ਹਾਂ ਆਕਟਲ ਟੂ ਡੈਸੀਮਲ। ਆਕਟਲ ਦਾ ਬੇਸ 8 ਹੁੰਦਾ ਤਾਂ ਕਰਕੇ ਅਸੀਂ 8 ਦੀ ਪਾਵਰ 2 + 6 × 8 ਦੀ ਪਾਵਰ 1 + 2 × 8 ਦੀ ਪਾਵਰ 0, ਠੀਕ ਹੈ। 4 6 2 ਮਲਟੀਪਲਾਈ ਕਿਵੇਂ ਕਰੀ ਜਾਣਾ 8 ਦੀ ਪਾਵਰ ਪੋਜੀਸ਼ਨ ਵੈਲਿਊ 2 ਹੈ ਤਾਂ ਨਾ 8 ਦੀ ਪਾਵਰ 2 6 ਦੇ ਨਾਲ 8 ਦੀ ਪਾਵਰ 1 2 ਦੇ ਨਾਲ 8 ਦੀ ਪਾਵਰ 0 + 3 × 8 ਦੀ ਪਾਵਰ -1 7 × 8 ਦੀ ਪਾਵਰ -2 ਤਾਂ ਇਹਨਾਂ ਨੂੰ ਅੱਗੇ ਸੋਲਵ ਕਰ ਲੈਣਾ ਆਪਾਂ। ਸੋਲਵ ਕਰਕੇ ਜਿਹੜਾ ਵੀ ਆਨਸਰ ਆਇਆ ਉਹ ਲਿਖ ਦੇਣਾ। ਦਿਸ ਇਜ਼ ਦਾ ਕਨਵਰਜਨ ਫਰੋਮ ਆਕਟਲ ਟੂ ਡੈਸੀਮਲ। ਠੀਕ ਹੈ ਜੀ। ਇਹ ਆਪਣਾ ਟੌਪਿਕ ਇਹਦੇ ਨਾਲ ਆਈ ਥਿੰਕ ਕੰਪਲੀਟ ਹੋ ਗਿਆ। ਲਾਸਟ ਇਹਦੇ 'ਚ ਬਚਿਆ ਹੈਗਾ ਆਕਟਲ ਟੂ ਹੈਗਜ਼ਾਡੈਸੀਮਲ। ਆਕਟਲ ਟੂ ਹੈਗਜ਼ਾਡੈਸੀਮਲ ਕਨਵਰਜਨ ਤਾਂ ਸੇਮ ਉਵੇਂ ਜਿਵੇਂ ਆਪਣੇ ਇੱਥੇ ਕੋਲ ਹੈਗੀ ਆ 535 ਬੇਸ 8 ਅਗੇਨ 3 ਬਿਟਸ ਦਾ ਆਪਾਂ ਗਰੁੱਪ ਬਣਾ ਲਿਆ ਐਂਡ ਉਹਨੂੰ ਕਨਵਰਟ ਕਰਕੇ ਲਿਖਤਾ, ਕੰਬਾਈਨ ਕਰਕੇ ਲਿਖਤਾ। ਨੈਕਸਟ ਐਗਜ਼ਾਮਪਲ ਦੇਖੋ। ਇਹ ਸਾਡੇ ਕੋਲ ਇੱਕ ਦਿੱਤਾ ਹੋਇਆ ਕੋਡ ਬਾਈਨਰੀ ਫਾਰਮ ਦੇ ਵਿੱਚ ਜਾਂ ਕਹਿ ਲਓ ਬੇਸ 2 ਵਾਲੇ 'ਚ ਇਹਨੂੰ ਅਸੀਂ ਕਨਵਰਟ ਕਰਨਾ ਹੈਗਜ਼ਾਡੈਸੀਮਲ 'ਚ। ਤਾਂ ਕਿਵੇਂ ਕਰਾਂਗੇ ਉਵੇਂ ਕਿਉਂਕਿ ਹੈਗਜ਼ਾਡੈਸੀਮਲ ਆ ਤਾਂ 4 ਬਿਟਸ ਦਾ ਗਰੁੱਪ ਬਣਾਇਆ। ਪਹਿਲਾ ਗਰੁੱਪ ਇਹ ਬਣਿਆ ਸਾਡੇ ਕੋਲ 1 1 0 1। ਦੂਸਰਾ ਗਰੁੱਪ ਕੀ ਬਣੇਗਾ 0 1 0 1 0 1 0 1 ਵਾਲਾ ਅਤੇ ਲਾਸਟ ਸਾਡੇ ਕੋਲ ਕੀ ਬਚਿਆ 1 ਬਚਿਆ ਨਾ। ਬਟ ਇਹਦੇ ਨੂੰ ਅਸੀਂ 4 ਬਿਟਸ ਦਾ ਗਰੁੱਪ ਬਣਾਉਣਾ ਅਤੇ ਕੀ ਲਿਖ ਲਿਆ ਅੱਗੇ 4 ਜ਼ੀਰੋਜ਼ ਲਗਾਉਣੀਆਂ ਜਾਂ ਇਕੱਲਾ 1 ਵੀ ਲਿਖ ਲਓ ਤਾਂ ਵੀ ਇਟ ਡਜ਼ਨਟ ਮੇਕ ਡਿਫਰੈਂਸ। ਤਾਂ
ਇਹਦਾ ਜਿਹੜਾ ਕਨਵਰਜਨ ਕਰਕੇ ਬਾਈਨਰੀ ਦਾ ਇਹ ਬਣਦਾ ਹੈਗਾ ਸਾਡੇ ਕੋਲੇ 13, ਤਾਂ ਇਹਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ D ਦੇ ਨਾਲ। ਇਹ ਕੰਬਾਈਨ ਕਰਕੇ ਬਣਦਾ 5, ਇਹ 1, ਤਾਂ ਇਹਦਾ ਆਨਸਰ ਕੀ ਆ ਗਿਆ 15D। ਠੀਕ ਹੈ, ਦੀਜ਼ ਆਰ ਦਾ ਕਨਵਰਜਨਸ। ਇਹਨੂੰ ਚੰਗੀ ਤਰ੍ਹਾਂ ਹੁਣ ਐਗਜ਼ਾਮਪਲ ਤੁਸੀਂ ਕਰ ਲਿਓ ਪ੍ਰੋਪਰਲੀ। ਆਈ ਵਿਲ ਗਿਵ ਯੂ ਦਾ ਅਸਾਈਨਮੈਂਟਸ, ਫਿਰ ਤੁਸੀਂ ਮੈਨੂੰ ਕਨਵਰਜਨਸ ਕਰਕੇ ਦਿਖਾਇਓ।